आज मैं तुहाडे सामने एक कविता पेश करन जा रही हाँ, जिसका सुलेख है गोबिंद दे लाल। लगी सूबे दी कचहरी, चारे पासे खड़े वैरी, छोटे छोटे बच्चों ने हिम्मत ना हारी, छोटे छोटे बच्चों ने हिम्मत ना हारी, बोले सुनिहाल बोल के नीहा विच खड़ जाणगे, गोबिंद लाल सूबिया समझी न डर जाणगे, गोबिंद लाल सूबिया समझी न डर जाणगे। दादा गुरु तेग बहादुर कहंदे जिन्हों हिंदी चादर, दिल्ली जा सीस वैरिए पंडिता दे देख निरादर, सतगुरु जो पालपुर ने ओहियो अज पार जाणगे, गोबिंद लाल सूबिया समझी ना डर जाणगे, गोबिंद लाल सूबिया। तन तन सतगुरु काल गिया वाला खालसा पंथ सजाया, चीरा तो बाज तारा गुजारा नू शेर बनाया, पुत उसे प्यो दे पिछे पुत उसे प्यो दे वाहेगुरु जी का खालसा, वाहेगुरु जी की फतेह। वाहेगुरु जी का खालसा, वाहेगुरु जी की फतेह। मेरा नाम एकनूर कौर है, मैं तीजी जमात दी विद्यार्थन हाँ। अज मैं तुहाडे सामने एक शब्द पेश करन जा रही हाँ। वाहेगुरु जी किथे किथे लाल मंगिया ओ, सुन जीता दो चमकौर ते दो सरहंद विच मंगिया। वाहेगुरु जी कौन विचोला बनिया मेरे लाला दा, सुन जीता गंगू विचोला बनिया तेरे लाला दा। वाहेगुरु जी केड़ी मेहंदी लाउनी मेरे लाला ने, सुन जीता खून दी मेहंदी लाउनी तेरे लाला ने। वाहेगुरु जी केड़ा गाना बनना मेरे लाला ने, सुन जीता धर्म दा गाना बनना तेरे लाला ने। वाहेगुरु जी केड़ी कौड़ी चढ़नी मेरे लाला ने। वाहेगुरु जी सुन जीता जंग दी कौड़ी चढ़नी तेरे लाला ने। वाहेगुरु जी केड़ी लाड़ी व्याउनी मेरे लाला ने, सुन जीता मौत दी लाड़ी व्याउनी तेरे लाला ने। वाहेगुरु जी किन किन झंझे जाना मेरे लाला ने, सुन जीता फौजा झंझे जाना तेरे लाला ने। वाहेगुरु जी केड़े रस्ते पैना मेरे लाला ने, सुन जीता सचखंड रस्ते पैना तेरे लाला ने। वाहेगुरु जी का खालसा, वाहेगुरु की फतेह। सोने हाल सत श्री अकाल। वाहेगुरु जी का खालसा, वाहेगुरु जी की फतेह। हुण मैं गुरतेज नूं सद्दा देवांगी। वाहेगुरु जी का खालसा, वाहेगुरु जी की फतेह। मेरा नाम गुरतेज सिंह है, मैं तीसरी क्लास का विद्यार्थी हाँ।
ਮੇਰੇ ਸਕੂਲ ਦਾ ਨਾਮ ਗੁਰੂ ਹਰਗੋਬਿੰਦ ਪਬਲਿਕ ਸਕੂਲ ਹੈ। ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ, ਜਿਸ ਦਾ ਸੁਲੇਖ ਹੈ ਦਾਦੀ ਦੀ ਪੋਤਿਆਂ ਨੂੰ ਨਸੀਹਤ। ਮੁਸੀਬਤਾਂ ਉਸ ਕੌਮ ਤੇ ਆਂਦੀਆਂ ਨੇ ਜਿਸ ਦੇ ਮਰਦ ਦਲੇਰ ਹੁੰਦੇ। ਕੌਣ ਪੁੱਛਦਾ ਕਾਵਾਂ ਤੇ ਗਿੱਦੜਾਂ ਨੂੰ, ਬੰਦ ਪਿੰਜਰੇ ਵਿੱਚ ਸ਼ੇਰ ਹੁੰਦੇ। ਤੁਸੀਂ ਉਹ ਸ਼ੇਰ ਬਹਾਦਰ ਦੁੱਲੇ ਬਿਲਕੁਲ ਨਾ ਘਬਰਾਇਓ, ਤੁਸੀਂ ਉਹ ਸ਼ੇਰ ਬਹਾਦਰ ਦੁੱਲੇ ਬਿਲਕੁਲ ਨਾ ਘਬਰਾਇਓ। ਸੂਬੇ ਦੇ ਦਰਬਾਰ 'ਚ ਜਾ ਕੇ ਗੱਜ ਕੇ ਫਤਿਹ ਬੁਲਾਇਓ, ਤੁਸੀਂ ਉਹ ਸੂਬੇ ਦੇ ਦਰਬਾਰ 'ਚ ਜਾ ਕੇ ਗੱਜ ਕੇ ਫਤਿਹ ਬੁਲਾਇਓ। ਤੁਸੀਂ ਉਹ ਗੋਬਿੰਦ ਸਿੰਘ ਦੇ ਜਾਏ ਦਾਦਾ ਤੇਗ ਬਹਾਦਰ, ਦਿੱਲੀ ਦੇ ਵਿੱਚ ਸੀਸ ਵਾਰਿਆ ਬਣ ਕੇ ਹਿੰਦ ਦੀ ਚਾਦਰ, ਬਣ ਕੇ ਹਿੰਦ ਦੀ ਚਾਦਰ। ਉਹਨਾਂ ਦੀ ਕੁਰਬਾਨੀ ਨੂੰ ਅੱਗੇ ਹੋਰ ਵਧਾਇਓ, ਉਹਨਾਂ ਦੀ ਕੁਰਬਾਨੀ ਨੂੰ ਅੱਗੇ ਹੋਰ ਵਧਾਇਓ। ਸੂਬੇ ਦੇ ਦਰਬਾਰ 'ਚ ਜਾ ਕੇ ਗੱਜ ਕੇ ਫਤਿਹ ਬੁਲਾਇਓ, ਸੂਬੇ ਦੇ ਦਰਬਾਰ 'ਚ ਜਾ ਕੇ ਗੱਜ ਕੇ ਫਤਿਹ ਬੁਲਾਇਓ। ਤੁਸੀਂ ਉਹ ਗੋਬਿੰਦ ਸਿੰਘ ਦੇ ਵਾਰਸ ਜੋ ਕੰਬੇ ਨਾ ਡੋਲੇ, ਦੇਗਾਂ ਦੇ ਵਿੱਚ ਉਬਲਿਆ ਵੀ ਸਤਨਾਮ ਹੀ ਬੋਲੇ, ਸਤਨਾਮ ਹੀ ਬੋਲੇ, ਸਤਨਾਮ ਹੀ ਬੋਲੇ। ਇਸ ਕੌਮ ਨੂੰ ਕੁਰਬਾਨੀ ਦਾ ਜਜ਼ਬਾ ਨਵਾਂ ਸਿਖਾਇਓ, ਇਸ ਕੌਮ ਨੂੰ ਕੁਰਬਾਨੀ ਦਾ ਜਜ਼ਬਾ ਨਵਾਂ ਸਿਖਾਇਓ। ਸੂਬੇ ਦੇ ਦਰਬਾਰ 'ਚ ਜਾ ਕੇ ਗੱਜ ਕੇ ਫਤਿਹ ਬੁਲਾਇਓ, ਸੂਬੇ ਦੇ ਦਰਬਾਰ 'ਚ ਜਾ ਕੇ ਗੱਜ ਕੇ ਫਤਿਹ ਬੁਲਾਇਓ। ਤੁਸੀਂ ਉਹ ਨਿੱਕੀਆਂ ਨਿੱਕੀਆਂ ਜਿੰਦਾ ਸਾਕਾ ਵੱਡਾ ਕਰਨਾ, ਤੁਸੀਂ ਉਹ ਨਿੱਕੀਆਂ ਨਿੱਕੀਆਂ ਜਿੰਦਾ ਸਾਕਾ ਵੱਡਾ ਕਰਨਾ। ਰਹਿੰਦੀ ਦੁਨੀਆ ਤੱਕ ਹੈ ਜਿਸ ਨੂੰ ਜਗ ਨੇ ਯਾਦ ਹੈ ਕਰਨਾ, ਜਿਸ ਨੂੰ ਜਗ ਨੇ ਯਾਦ ਹੈ ਕਰਨਾ। ਨਵਾਂ ਕੋਈ ਇਤਿਹਾਸ ਰਚ ਕੇ ਇਸ ਦੁਨੀਆ ਤੋਂ ਜਾਇਓ, ਨਵਾਂ ਕੋਈ ਇਤਿਹਾਸ ਰਚ ਕੇ ਇਸ ਦੁਨੀਆ ਤੋਂ ਜਾਇਓ। ਸੂਬੇ ਦੇ ਦਰਬਾਰ 'ਚ ਜਾ ਕੇ ਗੱਜ ਕੇ ਫਤਿਹ ਬੁਲਾਇਓ, ਸੂਬੇ ਦੇ ਦਰਬਾਰ 'ਚ ਜਾ ਕੇ ਗੱਜ ਕੇ ਫਤਿਹ ਬੁਲਾਇਓ। ਹੁਣ ਮੈਂ ਗੁਰਲੀਨ ਕੌਰ ਨੂੰ ਸੱਦਾ ਦੇਵਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗੁਰਲੀਨ ਕੌਰ ਹੈ, ਮੈਂ ਚੌਥੀ ਜਮਾਤ ਦੀ ਵਿਦਿਆਰਥਣ ਹਾਂ। ਅੱਜ ਮੈਂ ਤੁਹਾਨੂੰ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ, ਜਿਸ ਦਾ ਸੁਲੇਖ ਹੈ ਦਾਦੀ ਨਿੱਕੇ ਬੱਚਿਆਂ ਨੂੰ ਲੱਗੀ ਇਹੋ ਸਮਝਾਣ। ਦਾਦੀ ਨਿੱਕੇ ਬੱਚਿਆਂ ਨੂੰ ਲੱਗੀ ਇਹੋ ਸਮਝਾਣ, ਡੋਲ ਕਿਤੇ ਨਾ ਜਾਵਣਾ ਤੁਸੀਂ ਹੋ ਬਾਲ ਅਣਜਾਣ। ਤੁਸੀਂ ਹੋ ਮੇਰੇ ਪੁੱਤ ਦੇ ਆਖਰ ਦੋ ਨਿਸ਼ਾਨ, ਯਾਦ ਰੱਖਿਓ ਬੱਚਿਓ ਦਾਦੇ ਦਾ ਫਰਮਾਨ। ਜਿਸ ਸੀਸ ਲਗਾ ਕੇ ਆਪਣਾ ਰੱਖਿਆ ਹਿੰਦੁਸਤਾਨ, ਵੇਖੋ ਉਸਦੇ ਸੀਸ ਤੇ ਝੁਲਦੇ ਪਏ ਨਿਸ਼ਾਨ। ਦਾਦੀ ਤੋਂ ਲੈ ਦਾਤ ਇਹ ਨਿਕਲੇ ਸ਼ੇਰ ਜਵਾਨ, ਵਿੱਚ ਕਚਹਿਰੀ ਜਾਏ ਕੇ ਗੱਜ ਕੇ ਫਤਿਹ ਬੁਲਾਣ। ਅਸੀਂ ਪੁੱਤਰ ਗੋਬਿੰਦ ਸਿੰਘ ਦੇ ਤੇਗ ਦੀ ਹੈ ਵਾਹ ਸ਼ਾਨ, ਜਿਸ ਸੀਸ ਲਗਾ ਕੇ ਆਪਣਾ ਰੱਖਿਆ ਹਿੰਦੁਸਤਾਨ। ਉਸ ਠੀਕਰ ਦਹਿਲੀਜ਼ ਸਿਰ ਪ੍ਰਭੁਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਸੂਬਾ ਆਖੇ ਬੱਚਿਓ ਤੁਸੀਂ ਹੋ ਅਜੇ ਅਣਜਾਣ, ਤੁਸਾਂ ਅਜੇ ਨਹੀਂ ਵੇਖੀਆਂ ਖੁਸ਼ੀਆਂ ਵਿੱਚ ਜਹਾਨ। ਤੁਸੀਂ ਧਰਮ ਆਪਣਾ ਛੱਡ ਕੇ ਹੋ ਜਾਓ ਮੁਸਲਮਾਨ, ਤੇ ਵੱਡੇ ਰੁਤਬੇ ਪਾਏ ਕੇ ਚਮਕੋ ਵਿੱਚ ਜਹਾਨ। ਮੇਰੀ ਕਹਿਰੀ ਅੱਖ ਤੋਂ ਕੰਬੇ ਕੁੱਲ ਜਹਾਨ, ਮੈਂ ਵੱਢ ਕੇ ਕਰਸਾ ਡੱਕਰੇ ਜੋ ਮੋੜੇ ਫੁਰਮਾਨ। ਸੋ ਰੱਬ ਦੀ ਰੱਬ ਵੀ ਕੰਬਦਾ ਮੈਂ ਖੋਲਾਂ ਜਦੋਂ ਜ਼ਬਾਨ, ਜੇ ਕਹਿਣਾ ਮੇਰਾ ਮਨ ਸੋ ਤਾਂ ਬਚੇ ਤੁਹਾਡੀ ਜਾਨ। ਜ਼ੋਰਾਵਰ ਕਹਿ ਪਾਪੀਆ ਕਰ ਜ਼ਬਾਨ ਤੂੰ ਬੰਦ, ਫਿਰ ਜੇ ਐਸਾ ਬੋਲਿਆ ਭੰਨ ਦਿਉਂਗਾ ਦੰਦ। ਤੈਨੂੰ ਇਹ ਗਰੂਰ ਹੈ ਮੈਂ ਸੂਬਾ ਸਰਹੰਦ, ਮੈਨੂੰ ਇਹ ਫਕਰ ਹੈ ਮੈਂ ਗੋਬਿੰਦ ਦਾ ਫਰਜ਼ੰਦ। ਭਾਵੇਂ ਮੈਨੂੰ ਪਕੜ ਕੇ ਗੜ ਦੇ ਤੂੰ ਵਿੱਚ ਕੰਧ, ਭਾਵੇਂ ਮੈਨੂੰ ਮੋਜ਼ੀਆ ਰੰਦੇ ਵਾਂਗੂ ਰੰਦ। ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ,
मरने हिते पाइए पूर्ण परमानंद। तू हुक्म सुना के आखरी छड़ झूठे तकरार, भावे सानू छड़ दे भावे सानू मार, भावे गड्ड जमीन विच साडी खल उतार, भावे सानू पकड़ के चिंडे विच दीवार। ना तू गल्लां थोथियां विच साडा वक्त गुजार, इस राह है चलनी सब जग चलन हार। राम गयो रावण गयो जाको पो परिवार, को नानक थिर कछ नहीं सुपने जियो संसार। जिस वेले सी जालम पापी दिता हुक्म सुना, कंब रही सी सारी धरती कंब गया आसमान। कंब रहे सी सारे भरपत जंगल बियामान, विचो विचो कंब रहा सी सूबा भी बेईमान। कंब रही दीवार सी उदो कंब रहे तरखान, ऐ पर शेर जवान न कंबे हस हस दंदे जान। दे दित्ती सी जान उन्हां ने रख लई सिक्खी दी शान, दे दित्ती सी जान उन्हां ने रख लई सिक्खी दी शान। ताही ता ए सूरज चांदे वांगू चमकण विच आसमान, ताही ता ए सूरज चांदे वांगू चमकण विच आसमान। मरता मरता जग मुआ मती न जानिया कोई, कबीर ऐसी मरनी जो मरे बहु न मरना होए। जिस वेले सी जालम पापी दिता हुक्म सुना, जिस वेले सी जालम पापी रहे दीवार बना। जिस वेले सी शेर बहादुर साथों होए जुदा, उस वेले उस कंध दे विचों आई एक सदा। राज करेगा खालसा आकी रहे न कोए, ख्वार होए सब मिलेंगे बचे शरंजो होए, ख्वार होए सब मिलेंगे बचे शरंजो होए। वाहिगुरु जी का खालसा वाहिगुरु जी की फतेह। सोने हाल सत श्री अकाल। वाहिगुरु जी का खालसा वाहिगुरु जी की फतेह। ਹੁਣ ਮੈਂ ਸਦਾ ਦੇਵਾਂਗੀ ਗੁਰਦੀਪ ਸਿੰਘ। वाहेगुरु जी का खालसा वाहेगुरु जी की फतेह। मेरा नाम गुरदीप सिंह है। मेरे स्कूल का नाम गुरु हरगोबिंद पब्लिक स्कूल है। अज मैं तुहाडे सामने एक कविता पेश करन जा रहा हाँ। गुरु गोबिंद सिंह जी दे पुत्र चारे, पिता दे परछावे, माता जीतो जी दे प्यारे। सुंदर सोने साहिबजादे गुरु तेग बहादुर जी दे पोते, दादी माँ गुजरी दे लाज दुलारे। वड्डे साहिबजादे अजीत ते जुझार, पा गए शहीदी ओह जदों चमकौर दी जंग सी। छोटे साहिबजादे जोरावर ते फतेह सिंह बच्चे सी मासूम भावें हौसले बुलंद सी। नीहां विच चिनाउन दा सी हुक्म होया, डोले नहीं साहिबजादे धर्म दी खातिर वार गए जिंद सी। इन्हां महान शाहजादा नूं सिर झुकाउणा कुल संसार सी। कायम रखी उन्हां ने सिक्खी दी आर बान शान। धन पिता गुरु दशमेश दा बलिदान, धर्म दी खातिर कर गए परिवार कुर्बान। वाहेगुरु जी का खालसा वाहेगुरु जी की फतेह। ਹੁਣ ਮੈਂ ਸੱਦਾ ਦੇਵਾਂਗੀ ਅਨਿਰੁੱਧ ਨੂੰ। ਅਗਲਾ ਬੱਚਾ ਇੱਥੇ ਬਿਠਾ ਲਓ ਨਾਲ। वाहेगुरु जी का खालसा वाहेगुरु जी की फतेह। मेरा नाम अनिरुद्ध है। मैं चौथी जमात का विद्यार्थी हाँ। मैं तुहाडे सामने एक कविता पेश करन जा रहा हाँ। नन्निया नन्निया जिंदा नु तू नीहां विच चनाया, एक ही कैर कमाया बापिया एक ही कैर कमाया। शेरा वर्गे जिगरियो ना दे धमकिया तो ना डर दे, शेरा वर्गे जिगरियो ना दे धमकिया तो ना डर दे। लाल गुरु गोबिंद सिंह जी दे वाहिगुरु वाहिगुरु जप दे, लाल गुरु गोबिंद सिंह जी दे वाहिगुरु वाहिगुरु जप दे। मौत तो सानू डर ना कोई जालम नू वंगार दे, मौत तो सानू डर ना कोई जालम नू वंगार दे। धर्म साडा कोई बदल नहीं सकदा सूबे नू ललकार दे, धर्म साडा कोई बदल नहीं सकदा सूबे नू ललकार दे।
ਬੱਚਿਆਂ ਦੀ ਗੱਲ ਸੁਣ ਕੇ ਸੂਬਾ ਗੁੱਸੇ ਦੇ ਵਿੱਚ ਆਇਆ। ਬੱਚਿਆਂ ਦੀ ਗੱਲ ਸੁਣ ਕੇ ਸੂਬਾ ਗੁੱਸੇ ਦੇ ਵਿੱਚ ਆਇਆ। ਕੰਧ ਉੱਚੀ ਹੋਰ ਕਰੋ ਆਪਣਾ ਹੁਕਮ ਸੁਣਾਇਆ। ਕੰਧ ਉੱਚੀ ਹੋਰ ਕਰੋ ਆਪਣਾ ਹੁਕਮ ਸੁਣਾਇਆ। ਜਦ ਕੰਧ ਗਰਦਨ ਤੱਕ ਪਹੁੰਚੀ ਸੂਬਾ ਫੇਰ ਅਜਮਾਉਂਦਾ। ਜਦ ਕੰਧ ਗਰਦਨ ਤੱਕ ਪਹੁੰਚੀ ਸੂਬਾ ਫੇਰ ਅਜਮਾਉਂਦਾ। ਜੇ ਬਚਣਾ ਹੈ ਤਾਂ ਮੁਸਲਮਾਨ ਬਣ ਜਾਓ ਅਖੀਰੀ ਵਾਰ ਦੁਹਰਾਉਂਦਾ। ਜੇ ਬਚਣਾ ਹੈ ਤਾਂ ਮੁਸਲਮਾਨ ਬਣ ਜਾਓ ਅਖੀਰੀ ਵਾਰ ਦੁਹਰਾਉਂਦਾ। ਦਸ਼ਮੇਸ਼ ਪਿਤਾ ਦੇ ਪੁੱਤਰ ਆ ਸਾਹਿਬਜ਼ਾਦੇ ਫਰਮਾਉਂਦੇ। ਦਸ਼ਮੇਸ਼ ਪਿਤਾ ਦੇ ਪੁੱਤਰ ਆ ਸਾਹਿਬਜ਼ਾਦੇ ਫਰਮਾਉਂਦੇ। ਜਾਨ ਤੋਂ ਵੱਧ ਹੈ ਸਿੱਖੀ ਪਿਆਰੀ ਗੱਜ ਕੇ ਗੁਜ਼ਾਰਾ ਵਜਾਉਂਦੇ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਸੱਦਾ ਦੇਵਾਂਗੀ ਪ੍ਰਭਜੋਤ ਸਿੰਘ ਨੂੰ, ਉਸ ਤੋਂ ਬਾਅਦ ਸੁਖਮਨੀ ਕੌਰ ਤਿਆਰ ਰਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਪ੍ਰਭਜੋਤ ਸਿੰਘ ਹੈ। ਮੈਂ ਚੌਥੀ ਨਾਲੋਂ ਵਿਦਿਆਰਥੀ ਹਾਂ। ਅੱਜ ਮੈਂ ਤੁਹਾਡੇ ਸਾਹਮਣੇ ਛੋਟੇ ਸਾਹਿਬਜ਼ਾਦਿਆਂ ਦੀ ਕਵਿਤਾ ਸੁਣਾਉਣ ਜਾ ਰਿਹਾ ਹਾਂ, ਜਿਸ ਦਾ ਲੇਖ ਹੈ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਅਤੇ ਫਤਿਹ ਜੀ। ਛੋਟੇ ਸਾਹਿਬਜ਼ਾਦੇ ਜ਼ੋਰਾਵਰ ਅਤੇ ਫਤਿਹ ਜੀ ਗੁਰੂ ਗੋਬਿੰਦ ਜੀ ਦੇ ਪਰਛਾਵੇ, ਦਾਦੀ ਗੁਜਰੀ ਜੀ ਦੇ ਦੁਲਾਰੇ, ਨਿੱਕੀਆਂ ਜਿੰਦਾਂ ਵੱਡੇ ਹੌਸਲੇ, ਸਰਸਾ ਨਦੀ ਕਿਨਾਰੇ, ਵਿਛੜੇ ਨਾਲੋਂ ਪਰਿਵਾਰ ਨਾ ਮਾਤਾ ਗੁਜਰੀ ਨਾਲ ਰਹਿ ਗਏ। ਦੋਵੇਂ ਛੋਟੇ ਰਾਜ ਵਜ਼ੀਰ ਥਾਂ ਤੇ ਮੌਕਾ ਮਿਲਣ ਤੇ ਕਰ ਲਿਆ ਉਹਨਾਂ ਨੂੰ ਗ੍ਰਿਫਤਾਰ। ਨਾ ਡਰੇ ਨਾ ਡੋਲੇ ਛੋਟੇ ਸਾਹਿਬਜ਼ਾਦੇ, ਨਾ ਡਰੇ ਨਾ ਡੋਲੇ ਛੋਟੇ ਸਾਹਿਬਜ਼ਾਦੇ। ਤੇਗ ਬਹਾਦਰ ਜੀ ਦੇ ਪੋਤੇ ਨੀਹਾਂ ਵਿੱਚ ਨਾ ਉਦਾਸੀ ਹੁਕਮ ਹੋਇਆ। ਬੁਲੰਦ ਹੌਸਲੇ ਬੱਚੇ ਭਾਵੇਂ ਮਾਸੂਮ ਸੀ, ਇਨ੍ਹਾਂ ਮਹਾਨ ਸ਼ਹਾਦਤਾਂ ਨੂੰ ਕਰਦਾ ਕੁਝ ਸੰਸਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੁਖਮਨੀ ਕੌਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸੁਖਮਨੀ ਕੌਰ ਹੈ। ਅੱਜ ਮੈਂ ਤੁਹਾਡੇ ਸਾਹਮਣੇ ਸਾਡੇ ਦਸਮ ਗੁਰੂ ਗੋਬਿੰਦ ਸਿੰਘ ਜੀ ਅਤੇ 4 ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਇੱਕ ਕਵਿਤਾ ਸੁਣਾਉਣ ਜਾ ਰਹੀ ਹਾਂ। ਉਸ ਮਰਦ ਅੰਗ ਮੜੇ ਮਰਦ ਜਿਹਾ ਦੁਨੀਆ ਤੇ ਮਰਦ ਕੋਈ ਹੋਇਆ ਨਹੀਂ। ਲੋਕੀ ਧੀ ਤੋੜ ਕੇ ਰੋਂਦੇ ਉਹ ਪੁੱਤ ਤੋੜ ਕੇ ਰੋਇਆ ਨਹੀਂ। ਲੋਕੀ ਧੀ ਤੋੜ ਕੇ ਰੋਂਦੇ ਉਹ ਪੁੱਤ ਤੋੜ ਕੇ ਰੋਇਆ ਨਹੀਂ। ਦੁਨੀਆ ਦਾ ਸਭ ਤੋਂ ਸੋਹਣਾ ਅਤੇ ਸਭ ਤੋਂ ਕੀਮਤੀ ਲਾਲ ਫਤਿਹ। ਧੰਨ ਜਿਗਰਾ ਬਾਜਾ ਵਾਲਿਆ ਧੰਨ ਤੇਰੀ ਕੁਰਬਾਨੀ। ਧੰਨ ਜਿਗਰਾ ਬਾਜਾ ਵਾਲਿਆ ਧੰਨ ਤੇਰੀ ਕੁਰਬਾਨੀ। ਨਾ ਕੋਈ ਹੋਇਆ ਨਾ ਕੋਈ ਹੋਣਾ ਤੇਰੇ ਵਰਗਾ ਦਾਨੀ। ਨਾ ਕੋਈ ਹੋਇਆ ਨਾ ਕੋਈ ਹੋਣਾ ਤੇਰੇ ਵਰਗਾ ਦਾਨੀ। ਮੈਂ ਤਾਂ ਛਾਤੀ ਅਜੀਤ ਸਿੰਘ ਦੀ ਨਾਪਦਾ ਸਾਂ। ਮੈਂ ਤਾਂ ਛਾਤੀ ਅਜੀਤ ਸਿੰਘ ਦੀ ਨਾਪਦਾ ਸਾਂ। ਕਿੰਨੇ ਫੁੱਟ ਤਲਵਾਰ ਉਹ ਖਾ ਸਕਦਾ। ਜੁਝਾਰ ਸਿੰਘ ਦੇ ਕੱਦ ਨੂੰ ਨਾਪਦਾ ਸਾਂ। ਕਿੰਨੀਆਂ ਗੋਲੀਆਂ ਸੀਨੇ ਵਿੱਚ ਖਾ ਸਕਦਾ। ਜੋਰਾਵਰ ਸਿੰਘ ਦੇ ਜ਼ੋਰ ਨੂੰ ਨਾਪਦਾ ਸਾਂ। ਜੋਰਾਵਰ ਸਿੰਘ ਦੇ ਜ਼ੋਰ ਨੂੰ ਨਾਪਦਾ ਸਾਂ। ਕਿੰਨੀਆਂ ਤੇਗਾਂ ਕੁੰਡੀਆਂ ਕਰਵਾ ਸਕਦਾ। ਕਿੰਨੀਆਂ ਤੇਗਾਂ ਕੁੰਡੀਆਂ ਕਰਵਾ ਸਕਦਾ। ਫਤਿਹ ਸਿੰਘ ਦੀ ਧੌਣ ਨੂੰ ਨਾਪਦਾ ਸਾਂ। ਫਤਿਹ ਸਿੰਘ ਦੀ ਧੌਣ ਨੂੰ ਨਾਪਦਾ ਸਾਂ। ਕਿੰਨੀਆਂ ਇੱਟਾਂ 'ਚ ਆਪਾ ਛੁਪਾ ਸਕਦਾ। ਕਿੰਨੀਆਂ ਇੱਟਾਂ 'ਚ ਆਪਾ ਛੁਪਾ ਸਕਦਾ। ਪਾਲ ਪੋਸ ਕੇ ਖੁਰਾਕ ਨਾਲ ਸਾਹਿਬਜ਼ਾਦੇ। ਪਾਲ ਪੋਸ ਕੇ ਖੁਰਾਕ ਨਾਲ ਸਾਹਿਬਜ਼ਾਦੇ। ਬਲੀ ਦੇਣ ਲਈ ਅੱਜ ਮੰਗਵਾ ਲਏ ਨੇ। ਕੋਈ ਆਖੇ ਨਾ ਸਿੰਘ ਮਰਵਾ ਕੇ ਤੇ ਕਲਗੀ ਵਾਲੇ ਨੇ ਤਾਂ ਬੱਚੇ ਬਚਾ ਲਏ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਹੁਣ ਮੈਂ ਸੱਦਾ ਦੇਵਾਂਗੀ ਰਾਧਿਕਾ ਤੇ ਗੁਰਵਿੰਦਰ ਨੂੰ, ਉਸ ਤੋਂ ਬਾਅਦ ਦ੍ਰਿਸ਼ਟੀ ਤੇ ਮਨਪ੍ਰੀਤ ਤਿਆਰ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ
ਨਾਮ ਰਾਧਿਕਾ ਹੈ ਅਤੇ ਮੇਰਾ ਨਾਮ ਗੁਰਵਿੰਦਰ ਕੌਰ ਹੈ। ਅਸੀਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੇ ਹਾਂ ਜਿਸ ਦਾ ਸੁਲੇਖ ਹੈ ਲਾੜੀ ਮੌਤ ਨੇ ਨਾ ਫਰਕ ਆਉਣ ਦਿੱਤਾ। ਲਾੜੀ ਮੌਤ ਨੇ ਨਾ ਫਰਕ ਆਉਣ ਦਿੱਤਾ। ਚੋਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ਤੱਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ। ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ, ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ। ਕਿੰਨੀਆਂ ਖਾਧੀਆਂ ਸੱਟਾਂ ਅਜੀਤ ਸਿੰਘ ਨੇ, ਕਿੰਨੇ ਖੁੱਬੇ ਨੇ ਤੀਰ ਜੁਝਾਰ ਅੰਦਰ। ਦਾਦੀ ਤੱਕਿਆ ਬੁਰਜ ਦੀ ਝੀਤ ਵਿੱਚੋਂ ਫੁੱਲ ਲੁਕ ਗਏ ਨੇ ਇੱਟਾਂ ਦੇ ਭਾਰ ਅੰਦਰ। ਫੁੱਲ ਲੁਕ ਗਏ ਨੇ ਇੱਟਾਂ ਦੇ ਭਾਰ ਅੰਦਰ। ਅਰਸ਼ੋ ਦਾਦੇ ਸ਼ਹੀਦਾਂ ਨੇ ਝਾਤ ਪਾਈ। ਕਿੰਨਾ ਸਿੱਧਕ ਹੈ ਮੇਰੇ ਇਸ ਪਰਿਵਾਰ ਅੰਦਰ। ਜੂਝੇ ਕਿਸ ਤਰ੍ਹਾਂ ਧਰਮ ਤੋਂ ਸਾਹਿਬਜ਼ਾਦੇ। ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ, ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਦ੍ਰਿਸ਼ਟੀ ਤੇ ਮਨਪ੍ਰੀਤ। ਉਸ ਤੋਂ ਬਾਅਦ ਸਹਿਜ ਤੇ ਏਕਮ ਤਿਆਰ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਦ੍ਰਿਸ਼ਟੀ ਹੈ। ਮੇਰਾ ਮਨਪ੍ਰੀਤ ਕੌਰ ਹੈ। ਅਸੀਂ ਗੁਰੂ ਹਰਗੋਬਿੰਦ ਪਬਲਿਕ ਸਕੂਲ ਵਿੱਚ ਪੰਜਵੀਂ ਪੜ੍ਹਦੇ ਹਾਂ। ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਸ਼ਬਦ ਪੇਸ਼ ਕਰਨ ਜਾ ਰਹੇ ਹਾਂ। ਵੇਲਾ ਆ ਗਿਆ ਏ ਦਾਦੀ ਜੁਦਾਈ ਦਾ, ਅਸਾਂ ਅੱਜ ਮੁੜ ਕੇ ਆਉਣਾ ਨਹੀਂ। ਵੇੜਾ ਆ ਗਿਆ ਏ ਦਾਦੀ ਏ ਜੁਦਾਈ ਦਾ, ਅਸਾਂ ਅੱਜ ਮੁੜ ਕੇ ਆਉਣਾ ਨਹੀਂ। ਤੈਨੂੰ ਦੱਸੀਏ ਕਿਵੇਂ ਕੀ ਹੋਣਾ ਏ, ਤੇਰੀ ਅੱਖੀਆਂ ਨੂੰ ਅਸੀਰ ਲਾਉਣਾ ਨਹੀਂ। ਤੇ ਤਰ ਵਿਛੜਿਆ ਤੁਸੀਂ ਵੀ ਚੱਲੇ, ਨਿਰਦਈਆਂ ਦੇ ਹੱਥ ਚਰ ਚੱਲੇ। ਮੈਂ ਵੀ ਤੁਹਾਡੇ ਮਗਰ ਆਵਾਂ, ਬਸ ਹੁਣ ਮੈਂ ਵੀ ਸੱਚਖੰਡ ਜਾਵਾਂ। ਵੇਲਾ ਆ ਗਿਆ ਏ ਦਾਦੀ ਏ ਜੁਦਾਈ ਦਾ, ਅਸਾਂ ਅੱਜ ਮੁੜ ਕੇ ਆਉਣਾ ਨਹੀਂ। ਦੇਖਾਂਗੀ ਨਾ ਫਿਰ ਰੂਹਾਨੀਆਂ ਰੱਜ ਕੇ ਹਾਰ ਲਾ ਮੈਂ ਸੂਰਤਾਂ ਪਿਆਰੀਆਂ। ਪਿਆਰੇ ਪਿਆਰੇ ਸਿਰਾਂ ਤੇ ਕਲਗੀ ਸਜਾ ਦਿਆਂ, ਤੋਰਨ ਤੋਂ ਪਹਿਲਾਂ ਤੁਹਾਨੂੰ ਲਾੜਾ ਬਣਾ ਦਿਆਂ, ਲਾੜਾ ਬਣਾ ਦਿਆਂ। ਦਾਦੀਏ ਸਾਡੇ ਲਈ ਕਿਉਂ ਹੋਰੇ ਨੇ ਡਾਲੇ, ਤੇਰੀ ਸਿੱਖਿਆ ਤੇ ਉਤਰੇ ਤੇਰੇ ਲਾਲ ਨੇ। ਹਰ ਕਿਸੇ ਰਾਹ ਤੇ ਬੈਠਾ ਰੱਬ ਤੇ ਦਇਆ ਕਰੀਏ, ਦਾਦੀ ਪਿਤਾ ਦਾ ਨਾਮ ਰੋਸ਼ਨ ਜਹਾਨ ਕਰੀਏ, ਰੋਸ਼ਨ ਜਹਾਨ ਕਰੀਏ। ਵੇਲਾ ਆ ਗਿਆ ਦਾਦੀ ਏ ਜੁਦਾਈ ਦਾ, ਅਸਾਂ ਅੱਜ ਮੁੜ ਕੇ ਆਉਣਾ ਨਹੀਂ। ਤੈਨੂੰ ਦੱਸੀਏ ਕਿਵੇਂ ਕੀ ਹੋਣਾ ਏ, ਤੇਰੀ ਅੱਖੀਆਂ ਨੂੰ ਅਸੀਰ ਲਾਉਣਾ ਨਹੀਂ। ਤੇਰੀ ਅੱਖੀਆਂ ਨੂੰ ਅਸੀਰ ਲਾਉਣਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਸਦਾ ਦਾ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਹੁਣ ਮੈਂ ਸੱਦਾ ਦੇਵਾਂਗੀ ਸਹਿਜ ਤੇ ਏਕਮ। ਅਗਲਾ ਵੀ ਅਨਾਉਂਸ ਕਰ ਦਿਓ। ਉਸ ਤੋਂ ਬਾਅਦ ਤਵਿਸ਼ਪ੍ਰੀਤ ਕੌਰ ਤਿਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਹਿਜਪ੍ਰੀਤ ਕੌਰ ਹੈ। ਮੇਰਾ ਨਾਮ ਏਕਮਜੀਤ ਸਿੰਘ ਹੈ। ਮੈਂ 5ਵੀਂ ਜਮਾਤ ਵਿੱਚ ਪੜ੍ਹਦੀ ਹਾਂ। ਮੈਂ ਦੂਜੀ ਜਮਾਤ ਵਿੱਚ ਪੜ੍ਹਦਾ ਹਾਂ। ਅੱਜ ਮੈਂ ਤੁਹਾਨੂੰ ਇੱਕ ਸ਼ਬਦ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਸੁਲੇਖ ਹੈ ਦਮ ਕੁੱਟਿਆ ਸੀ ਤਾਂ ਬੇਹੋਸ਼ ਹੋ ਗਏ। ਦਮ ਕੁੱਟਿਆ ਸੀ ਤਾਂ ਬੇਹੋਸ਼ ਹੋ ਗਏ। ਦਮ ਕੁੱਟਿਆ ਸੀ ਤਾਂ ਬੇਹੋਸ਼ ਹੋ ਗਏ।
गूंजते जयकारे सी खामोश हो गए, गूंजते जयकारे सी खामोश हो गए। धरती नी सिक्खी दियां गुंजा पा गए, धरती नी सिक्खी दियां गुंजा पा गए। माए तेरे पुत्र शहीदी पा गए, माए तेरे पुत्र शहीदी पा गए। नीहां विच आखरी फतेह बुला गए, नीहां विच आखरी फतेह बुला गए। माए तेरे पुत्र शहीदी पा गए, नीहां विच आखरी फतेह बुला गए। जिंदगी दा हुण इंतजार ना करी, पोतिया दा हुण इंतजार ना करी। जिंदगी दा हुण इंतजार ना करी, पोतिया दा हुण इंतजार ना करी। छड्ड गए शरीर नीहां च समा गए, छड्ड गए शरीर नीहां च समा गए। माए तेरे पुत्र शहीदी पा गए, माए तेरे पुत्र शहीदी पा गए। पोतिया दा जोड़ा नीहां च खलो गया, पोतिया दा जोड़ा नीहां च खलो गया। वड्डे नालों पहला छोटा ओले हो गया, वड्डे नालों पहला छोटा ओले हो गया। डिग्गी सी दीवार दोने थल्ले आ गए, डिग्गी सी दीवार दोने थल्ले आ गए। नीहां विच आखरी फतेह बुला गए, नीहां विच आखरी फतेह बुला गए। बार बार डिग्गी सी दीवार जोड़ दी, बार बार डिग्गी सी दीवार जोड़ दी। जालमां दे अगे जिवें हत्थ जोड़दी, जालमां दे अगे जिवें हत्थ जोड़दी। हसदे सिराल दोवें मौत रवा गए, हसदे सिराल मौत नूं रवा गए। नीहां विच आखरी फतेह बुला गए, नीहां विच आखरी फतेह बुला गए। वाहिगुरू जी का खालसा, वाहिगुरू जी की फतेह। बोले सोनेहाल, सत श्री अकाल। ਹੁਣ ਮੈਂ ਸੱਦਾ ਦੇਵਾਂਗੀ ਤਵਿਸ਼ਪ੍ਰੀਤ ਕੌਰ ਨੂੰ। वाहेगुरु जी का खालसा, वाहेगुरु जी की फतेह। मेरा नाम तविशप्रीत कौर है, मैं तीजी जमात की विद्यार्थी हाँ। मेरी कविता का सुलेख है दो बाल न्याने। अज रुक सरसा दे पानिया, दो बाल न्याने। एक रात हनेरी कहर दी, उत भुखे पाने। अज सरसा कंडे आन के पै गए विछोड़े, जो लिखी उस करतार ने उन्हों गेड़ा मोड़े। एह योरे पुत दशमेश दे, जीतो दे राने। एक रात हनेरी कहर दी, उत भुखे पाने। अज दादी ने है पोतियां नूं एक गल समझाउणी, तुसीं ते गटनी दे पोते हो, नहीं लाज लुहानी। एह कर कर इट्टा लाउणगे, जालम मर जाने। एक रात हनेरी कहर दी, उत भुखे पाने। अज रुक सरसा दे पानिया, दो बाल न्याने। एक रात हनेरी कहर दी, उत भुखे पाने। एह नीहां विच चिने जाणगे, नी हो जग पक्की। अमर रहू विच जग दे, जो नी है रखी। एह हस हस तन चिरवाणगे, दो बाल न्याने। एक रात हनेरी कहर दी, उत भुखे पाने। जद सूबे ने है मौत दी एह सजा सुनाई, उठ धरती अंबर कंब गया, कंब गई लुकाई। जिंद कौम दे लेखे ला गए, दो बाल न्याने। एक रात हनेरी कहर दी, उत भुखे पाने। अज रुक सरसा दे पानिया, दो बाल न्याने। एक रात हनेरी कहर दी, उत भुखे पाने। वाहिगुरू जी का खालसा, वाहिगुरू जी की फतेह। बोले सोनिहाल, ਸਤਿ ਸ੍ਰੀ ਅਕਾਲ। ਹੁਣ ਮੈਂ ਸੱਦਾ ਦੇਵਾਂਗੀ ਜਾਨਵੀ ਨੂੰ। ਕੱਲ ਲਿਖੇ ਅਖਬਾਰਾਂ 'ਚ ਫੋਟੋ ਆਈ ਡਾਕਟਰ ਸਾਹਿਬ ਦੀ। ਅੱਛਾ ਨਹੀਂ ਕੁਝ ਕਰਦੇ ਆ ਜੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਾਨਵੀ ਹੈ, ਮੈਂ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੀ ਵਿਦਿਆਰਥਣ ਹਾਂ। ਅੱਜ ਮੈਂ ਤੁਹਾਡੇ ਸਾਹਮਣੇ ਚਾਰ ਸਾਹਿਬਜ਼ਾਦਿਆਂ ਦੇ ਇਤਿਹਾਸ ਦਾ ਵਰਣਨ ਕਰਨ ਜਾ ਰਹੀ ਹਾਂ। ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮਾਤਾ ਪਿਤਾ ਅਤੇ ਚਾਰੇ ਸਾਹਿਬਜ਼ਾਦਿਆਂ ਨੂੰ ਸਿੱਖ ਧਰਮ ਤੋਂ ਕੁਰਬਾਨ ਕਰਕੇ ਸਿੱਖੀ ਦਾ ਬੀਜ ਬੀਜਿਆ। ਉਹਨਾਂ ਦਾ ਆਪਣਾ ਸਾਰਾ ਜੀਵਨ ਸਿੱਖ ਧਰਮ ਲਈ ਹੀ ਨਹੀਂ ਸਗੋਂ ਸਮੁੱਚੀ ਲੋਕਾਂ ਦੀ ਭਲਾਈ ਲਈ ਦੁੱਖ ਤਕਲੀਫਾਂ ਅਤੇ ਵੱਡੀਆਂ ਘਟਨਾਵਾਂ ਸ਼ਹੀਦਿਆਂ ਹੋਇਆ ਗੁਜ਼ਰਿਆ। ਪੂਰੀ ਦੁਨੀਆ ਦੇ ਵਿੱਚ ਸਭ ਤੋਂ ਦਿਲ ਕੰਬਾਊ ਘਟਨਾ ਛੋਟੇ ਸਾਹਿਬਜ਼ਾਦਿਆਂ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੀ ਹੈ। ਸ਼ਹਾਦਤ ਸਮੇਂ ਬਾਬਾ ਜ਼ੋਰਾਵਰ ਸਿੰਘ ਜੀ ਦੀ ਉਮਰ 7 ਸਾਲ 11 ਮਹੀਨੇ ਅਤੇ 8 ਦਿਨ ਦੀ ਸੀ ਤੇ ਬਾਬਾ ਫਤਿਹ ਸਿੰਘ ਜੀ ਦੀ ਉਮਰ 5 ਸਾਲ 10 ਮਹੀਨੇ ਅਤੇ 10 ਦਿਨ ਦੀ ਸੀ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਸਿੱਖ ਇਤਿਹਾਸ ਵਿੱਚ ਨਵੀਂ ਦਿਸ਼ਾ ਪ੍ਰਦਾਨ ਕਰਕੇ ਮੁਗਲ ਹਕੂਮਤਾਂ ਦੀ ਜੜ੍ਹਾਂ ਉਖਾੜ ਦਿੱਤੀਆਂ। ਛੋਟੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਵੱਡੇ ਵੱਡੇ ਇਤਿਹਾਸਕਾਰਾਂ ਅਤੇ ਕਵੀਆਂ ਨੇ ਆਪੋ ਆਪਣੀ ਰਚਨਾਵਾਂ ਵਿੱਚ ਪੇਸ਼ ਕੀਤਾ ਹੈ, ਜਿਨ੍ਹਾਂ ਵਿੱਚੋਂ ਮਾਲਵੇ ਦੀ ਧਰਤੀ ਦਾ ਸ਼੍ਰੋਮਣੀ ਕਵੀਸ਼ਨਰ ਕਰਨੈਲ ਸਿੰਘ ਪਾਰਸ ਦਾ ਵਿਸ਼ੇਸ਼ ਨਾਂ ਹੈ। ਉਹ ਆਪਣੇ ਸਮੇਂ ਦੇ ਵਧੇਰੇ ਚਰਚਿਤ ਅਤੇ ਹਰਮਨ ਪਿਆਰਾ ਕਵੀ ਮੰਨਿਆ ਗਿਆ ਹੈ। ਉਹਨਾਂ ਨੇ ਜਿੱਥੇ ਬਹੁਤ ਧਾਰਮਿਕ ਪ੍ਰਸੰਗ ਲਿਖੇ, ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ ਵਾਪਰੀਆਂ ਘਟਨਾਵਾਂ ਦਾ ਵਰਣਨ ਬਹੁਤ ਹੀ ਤਰੀਖਣ ਬੁੱਧੀ ਨਾਲ ਕੀਤਾ, ਜਿਵੇਂ ਆਨੰਦਪੁਰ ਦੇ ਕਿਲੇ ਨੂੰ ਛੱਡਣਾ, ਪਰਿਵਾਰ ਦੇ ਵਿਛੋੜੇ ਦਾ ਦ੍ਰਿਸ਼, ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਦੀ ਗ੍ਰਿਫਤਾਰੀ, ਠੰਡੇ ਬੁਰਜ ਵਿੱਚ ਬੰਦ ਕਰਨਾ, ਨਿੱਕੀਆਂ ਜਿੰਦਾਂ ਵੱਡੇ ਸਾਕੇ, ਸਾਹਿਬਜ਼ਾਦਿਆਂ ਨੇ ਸੂਬੇ ਨੂੰ ਮੂੰਹ ਤੋੜ ਜਵਾਬ ਦੇਣਾ, ਮਾਤਾ ਗੁਜਰੀ ਨਿੱਕੀਆਂ ਜਿੰਦਾਂ ਵੱਡੇ ਸਾਕੇ, ਮਲੇਰਕੋਟ ਵੱਲੋਂ ਹਾਂ ਦਾ ਨਾਰਾ ਮਾਰਨਾ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦ ਹੋਣਾ ਆਦਿ ਦਰਦ ਭਰੀ ਕਹਾਣੀਆਂ ਨੂੰ ਪਾਰਸ ਨੇ ਬਖੂਬੀ ਆਪਣੀਆਂ ਕਵੀਆਂ ਰਚਨਾਵਾਂ ਵਿੱਚ ਬਿਆਨ ਕੀਤਾ ਹੈ। ਉਸ ਸਮੇਂ ਗੁਰੂ ਸਾਹਿਬ ਨਾਲ ਸਿੰਘ ਬਹੁਤ ਘੱਟ ਸਨ। ਸਰਸ ਨਦੀ ਦੇ ਕੰਢੇ ਤੇ ਮੀਂਹ ਦੀ ਹਨੇਰੀ ਵਿੱਚ ਕਮਸਾਨ ਰਨ ਮਚਿਆ ਹੋਇਆ ਸੀ। ਸਵੇਰ ਤੱਕ ਅਜਿਹੀ ਘਟਾ ਵੱਡੀ ਹੋਈ। ਗੰਗੂ ਰਸੋਈਏ ਨੇ ਗੁਰੂ ਘਰ ਦਾ ਨਮਕ ਖਾ ਕੇ ਲਾਲਚ ਦੇ ਬਦਲੇ ਮਾਤਾ ਗੁਜਰੀ ਅਤੇ ਬੱਚਿਆਂ ਨੂੰ ਗ੍ਰਿਫਤਾਰ ਕਰਾਉਣ ਲਈ ਮੋਰੋਡੇ ਦੇ ਥਾਣੇ ਵਿੱਚ ਸ਼ਿਕਾਇਤ ਕਰ ਦਿੱਤੀ। ਜਦੋਂ ਸਿਪਾਹੀ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਲਿਜਾ ਰਹੇ ਸਨ ਤਾਂ ਉਹਨਾਂ ਨੇ ਦੇਖ ਕੇ ਕੁੜੀਆਂ ਆਪਸ ਵਿੱਚ ਗੱਲਾਂ ਕਰਦੀਆਂ। ਉਸ ਵੇਲੇ ਦੇ ਦ੍ਰਿਸ਼ ਪਾਰਸ ਆਪਣੇ ਰਚੇ ਪ੍ਰਸੰਗ ਦੀਆਂ ਸਤਰਾਂ ਵਿੱਚ ਇੰਜ ਲੜੀਬੰਦ ਕਰਦਾ, ਕਿਉਂ ਪਕੜ ਮਾਸੂਮਾਂ ਨੂੰ ਨਹੀਂ ਉਹ ਲਈ ਪੁਨੀਏ, ਜਾਂਦੇ ਤੱਕ ਨੂੰ ਲੜਾਰੀਏ, ਨਿਉ ਜਿਉ ਪਰਬਤ ਸੀਸ ਨਵਾਰਦੇ ਹੈ, ਨਾਲ ਹਕੂਮਤ ਦੇ ਇਹਨਾਂ ਕੀ ਪਾਇਆ ਮਰੋਹੀ, ਕਿਉਂ ਫੜੀ ਸਿਪਾਹੀਆਂ ਨੇ ਪੈਨੋ ਇਹ ਹੱਸਾ ਦੀ ਜੋੜੀ। 26-27 ਦਸੰਬਰ 11-12 ਪੋਹ ਨੂੰ ਸਿਪਾਹੀਆਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਫੜ ਕੇ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ। ਵਜ਼ੀਰ ਖਾਨ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਧਰਮ ਬਦਲਣ ਵਾਸਤੇ ਬਹੁਤ ਸਾਰੇ ਲਾਲਚ ਦਿੱਤੇ ਅਤੇ ਡਰਾਇਆ ਧਮਕਾਇਆ ਗਿਆ, ਪਰ ਗੁਰੂ ਜੀ ਦੇ ਬੱਚਿਆਂ ਨੇ ਧਰਮ ਨਹੀਂ ਬਦਲਿਆ, ਸਗੋਂ ਸੂਬੇ ਨੂੰ ਮੂੰਹ ਤੋੜ ਜਵਾਬ ਦਿੱਤਾ ਕਿ ਜਿਸ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਕੰਬ ਉੱਠਦਾ ਹੈ। ਗੁਰੂ ਸਾਹਿਬਜ਼ਾਦੇ ਜੀ ਦੁਆਰਾ ਅੰਮ੍ਰਿਤ ਵੇਲੇ ਦੇ ਦੀਵਾਨ ਸਰਸਾਂ ਦੇ ਕੰਢੇ ਰੋਜ਼ਾਨਾ ਦੀ ਤਰ੍ਹਾਂ ਲੱਗੇ ਅਤੇ ਤੋਪਾਂ ਦੀ ਕਨਕੋਰ ਆਵਾਜ਼ ਅਤੇ ਤੀਰਾਂ ਦੀ ਬੁਝਾਰ ਹੋਣ ਦੇ ਬਾਵਜੂਦ ਵਾਹਿਗੁਰੂ ਦੀਆਂ ਸਿਫਤਾਂ ਭਰਿਆ ਕੀਰਤਨ ਹੋਇਆ। ਰਾਤ ਦੀ ਹਫੜਾ ਦਫੜੀ ਵਿੱਚ ਗੁਰੂ ਜੀ ਦਾ ਸਾਰਾ ਸਮਾਨ, ਜਿਸ ਵਿੱਚ ਗੁਰੂ ਸਾਹਿਬਜ਼ਾਦੇ ਦੀ ਕੀਮਤੀ ਲਿਖਤਾਂ ਅਤੇ ਵਡਮੁੱਲਾ ਸਾਹਿਤ ਸਰਸਾ ਨਦੀ ਦੇ ਕੰਢੇ ਚੜ ਜਾਣ ਕਾਰਨ ਭੇਟ ਹੋ ਗਿਆ। 22 ਦਸੰਬਰ 7 ਪੋਹ ਦੀ ਕਾਲੀ ਬੋਲੀ ਰਾਤ ਨੂੰ ਗੁਰੂ ਜੀ ਦਾ ਪਰਿਵਾਰ ਵੀ ਵਿਛੜ ਗਿਆ। ਵੱਡੇ ਸਾਹਿਬਜ਼ਾਦਿਆਂ ਤੇ ਆਪ ਚਮਕੌਰ ਦੀ ਗੜੀ ਜਾ ਪੁੱਜੇ। ਗੁਰੂ ਸਾਹਿਬ ਨਾਲ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਵੀ ਵਿਛੜ ਗਏ। ਕਰਨੈਲ ਸਿੰਘ ਕਵੀਸ਼ਨਰ ਨੇ ਮਾਤਾ ਗੁਜਰੀ ਤੇ ਸਾਹਿਬਜ਼ਾਦੇ ਦੇ ਵਿਛੜਨ ਦਾ ਦ੍ਰਿਸ਼ ਕਰੁਮਨੀਆ ਰਸ ਵਿੱਚ ਇਹ ਪੇਸ਼ ਕੀਤਾ ਹੈ। ਮਾਤਾ ਗੁਜਰੀ, ਗੰਗੂ ਪੰਡਿਤ, ਛੋਟੇ ਦੋਵੇਂ ਪੋਤੇ ਸੱਸਾ ਦੇ ਡੂੰਘੇ ਪਾਣੀ ਵਿੱਚ ਖਾਦੇ ਜਾਵਨ ਗੋਤੇ। ਦੂਜੇ ਪਾਸੇ 23 ਦਸੰਬਰ 8 ਪੋਹ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ। 24 ਦਸੰਬਰ 9 ਪੋਹ ਨੂੰ ਸਿੰਘ ਵੀ ਚਮਕੌਰ ਦੀ ਗੜੀ ਵਿੱਚ ਮੁਗਲਾਂ ਨਾਲ ਲੜਦੇ ਹੋਏ ਸ਼ਹੀਦੀਆਂ ਪਾ ਗਏ। ਇੱਧਰ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਮਿਲ ਗਏ, ਜੋ ਗੁਰੂ ਸਾਹਿਬ ਦੀ ਲੰਗਰ ਵਿੱਚ ਰਸੋਈਏ ਸੀ। ਉਸਨੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਖੇਤੀ ਵਿੱਚ ਲਿਜਾਣ ਲੈ ਗਏ। ਗੁੱਸੇ ਵਿੱਚ ਵਜ਼ੀਰ ਖਾਨ ਨੇ ਸਾਹਿਬਜ਼ਾਦੇ ਅਤੇ ਮਾਤਾ ਜੀ ਨੂੰ ਠੰਡੇ ਬੁਰਜ ਵਿੱਚ ਬੰਦ ਕਰਨ ਦਾ ਹੁਕਮ ਦਿੱਤਾ, ਪਰ ਗੁਰੂ ਜੀ ਦੇ ਸਾਹਿਬਜ਼ਾਦੇ ਨਿਰਦਰ ਅਤੇ ਅਡੋਲ ਰਹੇ। ਉਹਨਾਂ ਨੇ ਦਾਦੀ ਦੁਆਰਾ ਸੁਣਾਇਆ ਗਿਆ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦਾ ਇਤਿਹਾਸ ਯਾਦ ਸੀ ਅਤੇ ਉਹ ਹਰ ਜ਼ੁਲਮ ਨੂੰ ਸਹਿਣ ਲਈ ਤਿਆਰ ਸਨ। ਦੂਜੇ ਦਿਨ ਸੂਬੇ ਦੀ ਕਚਹਿਰੀ ਵਿੱਚ ਬੱਚਿਆਂ ਨੇ ਫਿਰ ਦਰਬਾਰ ਵਿੱਚ ਧਰਮ ਕਬੂਲਣ ਲਈ ਬੁਲਾਇਆ ਗਿਆ। ਮਾਤਾ ਗੁਜਰੀ ਜੀ ਠੰਡੇ ਬੁਰਜ ਵਿੱਚ ਬੈਠੇ ਹੋਏ ਸਨ। ਬੱਚਿਆਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਅਤੇ ਸਿੱਖਾਂ ਦੇ ਬੰਦ ਕੱਟਣ ਦੀਆਂ ਕਹਾਣੀਆਂ ਸੁਣਾ ਰਹੇ ਸਨ। ਸਿੱਖ ਧਰਮ ਵਿੱਚ ਅਦਭੁਤੀ ਸ਼ਖਸੀਅਤ ਵਾਲੀ ਮਾਤਾ ਗੁਜਰੀ ਜੀ ਦਾ ਉਪਦੇਸ਼ ਸਿਰ ਜਾਵੇ ਪਰ ਸਿੱਖੀ ਸਿੱਧਕ ਨਾ ਜਾਵੇ। ਮਾਤਾ ਜੀ ਨੇ ਕਿਹਾ, ਤੁਸੀਂ ਸ਼ਹੀਦਾਂ ਦੇ ਸਿਤਾਜ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਹੋ। ਮਾਤਾ ਗੁਜਰੀ ਜੀ ਦੇ ਉਪਦੇਸ਼ ਤੇ ਸਿੱਖਿਆ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ
ਵਿੱਚ ਪੇਸ਼ ਕੀਤਾ। ਵਜ਼ੀਰ ਖਾਨ ਨੇ ਬਾਰ-ਬਾਰ ਲਾਲਚ ਦੇਣ ਤੇ ਵੀ ਕਲਗੀਧਰ ਦੇ ਲਾਡਲੇ ਆਪਣੇ ਸਿੱਖ ਧਰਮ ਵਿੱਚ ਅਟਲ ਰਹੇ। ਦੋਵੇਂ ਸਾਹਿਬਜ਼ਾਦੇ ਸੂਬੇ ਨੂੰ ਮੂੰਹ ਤੋੜ ਜਵਾਬ ਦਿੰਦੇ ਰਹੇ। ਉਸ ਦਿਸ ਨੂੰ ਪਾਰਸ ਆਪਣੀ ਕਲਮ ਰਾਹੀਂ ਬਿਆਨਦਾ ਹੈ, ਨਾ ਮੋਤੇ ਬਿਲਕੁਲ ਕਰਦੇ ਨਾ ਈਨ ਭਰਦੇ ਹਨ। ਅਸੀਂ ਛੋਟੇ ਕਲਗੀਧਰ ਹਾਂ, ਜਿੰਜਾ ਜੱਗ ਵਿੱਚ ਤੇਜ ਨਿਆਰਾ ਹੈ। ਬਾਜ ਨਾ ਮੰਨਦੇ ਸੂਬਿਆ, ਚਿੜੀਆ ਕੋਲੋਂ ਈਨ ਲੱਖਾਂ ਚਾਵੇ, ਲੱਭਦੇ ਲੱਖਾਂ ਬਾਜ ਲੈ ਬੀਨ। ਆਖਰ ਛੋਟੇ ਸਾਹਿਬਜ਼ਾਦੇ ਨਾ ਮੰਨੇ। ਗੁੱਸੇ ਵਿੱਚ ਆਏ ਵਜ਼ੀਰ ਖਾਨ ਨੇ ਬੱਚਿਆਂ ਨੂੰ ਨੀਹਾਂ ਵਿੱਚ ਚਿਣਵਾਉਣ ਦਾ ਹੁਕਮ ਦਿੱਤਾ ਤੇ ਮਲੇਰਕੋਟਲੇ ਦੇ ਨਵਾਬ ਨੇ ਹਾਂ ਦਾ ਨਾਰਾ ਮਾਰਦਿਆਂ ਕਿਹਾ ਕਿ ਪਿਤਾ ਦਾ ਬਦਲਾ ਬੱਚਿਆਂ ਕੋਲ ਨਹੀਂ ਲਈਦਾ। ਇਸਲਾਮ ਧਰਮ ਵਿੱਚ ਬੱਚਿਆਂ ਨੂੰ ਮਾਰਨਾ ਕਿਤੇ ਨਹੀਂ ਲਿਖਿਆ, ਪਰ ਨਵਾਬ ਦੇ ਕਹਿਣ ਦੇ ਬਾਵਜੂਦ ਵੀ ਨੀਹਾਂ ਵਿੱਚ ਚਿਣਨ ਦਾ ਹੁਕਮ ਦਿੱਤਾ ਗਿਆ। ਵਜ਼ੀਰ ਖਾਨ ਦੁਆਰਾ ਦੀਵਾਰ ਵਿੱਚ ਚਿਣੇ ਜਾਣ ਤੇ ਹੁਕਮ ਸੁਣ ਕੇ ਦੋਵੇਂ ਜਿੰਦਾ ਸਬਰ, ਸਿਰਕ ਅਤੇ ਸਿੱਖੀ ਦੀ ਪੱਕਤਾ ਵਿੱਚ ਰਹੇ। ਉਹਨਾਂ ਅਕਾਲ ਪੁਰਖ ਦੀ ਰਜ਼ਾ ਮੰਨਦਿਆਂ ਹੋਇਆਂ 28 ਦਸੰਬਰ 13 ਪੌਣ ਨੂੰ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਉਹ ਇਸ ਦੁਨੀਆ ਉੱਤੇ ਸਦਾ ਲਈ ਆਪਣਾ ਨਾਂ ਰੋਸ਼ਨ ਕਰਕੇ ਖਾਲਸਾ ਪੰਥ ਤੇ ਸਿੱਖੀ ਸਿਦਕ ਲਈ ਕੁਰਬਾਨ ਹੋ ਗਏ। ਜਦੋਂ ਦਾਦੀ ਨੂੰ ਮਾਸੂਮ ਜਿੰਦਾ ਅਤੇ ਸ਼ਹਾਦਤ ਦਾ ਪਤਾ ਲੱਗਾ ਤਾਂ ਮਾਤਾ ਜੀ ਨੇ ਅਕਾਲ ਪੁਰਖ ਨੂੰ ਯਾਦ ਕੀਤਾ ਅਤੇ ਸਮਾਧੀ ਵਿੱਚ ਲੀਨ ਹੋ ਗਏ ਤੇ ਜੋਤੀ ਜੋਤ ਸਮਾ ਗਏ। ਉਹਨਾਂ ਦੇ ਸੰਸਕਾਰ ਲਈ ਦੀਵਾਨ ਟੋਡਰ ਮੱਲ ਨੇ ਸੂਬੇ ਸਰਹੰਦ ਅੱਗੇ ਸੋਨੇ ਦੀਆਂ ਮੋਹਰਾਂ ਖੜਕੇ ਰੁੱਖ ਵਿੱਚ ਰੱਖ ਕੇ ਸੰਸਕਾਰ ਲਈ ਲੋੜੀਂਦੀ ਜ਼ਮੀਨ ਖਰੀਦੀ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਜੀ ਦਾ 29 ਦਸੰਬਰ 1704 ਈਸਵੀ ਵਿੱਚ ਤਿੰਨਾਂ ਨੂੰ ਰੱਬੀ ਰੂਹਾਂ ਨੂੰ ਸੰਸਕਾਰ ਕੀਤਾ ਗਿਆ। ਇਸ ਸਥਾਨ ਤੇ ਅੱਜ ਕੱਲ੍ਹ ਗੁਰਦੁਆਰਾ ਜੀ ਜੋਤੀ ਸਰੂਪ ਬਣਿਆ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਹੁਣ ਮੈਂ ਸੱਦਾ ਦੇਵਾਂਗੀ ਮਾਨਿਆ ਨੂੰ। ਇਸ ਤੋਂ ਬਾਅਦ ਗੁਰਜੋਤ ਕੌਰ ਤਿਆਰ ਹੈ। ਹੋਰ ਕਿੰਨੇ ਜੀ? 4 ਹੋ ਗਿਆ। ਨਹੀਂ ਬਸ ਦੋ ਇਸ ਤੋਂ ਬਾਅਦ ਚਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮਾਨਿਆ ਹੈ। ਮੈਂ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੀ ਵਿਦਿਆਰਥੀ ਹਾਂ। ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ। ਸੀਸ ਝੁਕਦਾ ਹੈ ਤੇਰੇ ਪਰਿਵਾਰ ਅੱਗੇ, ਸੀਸ ਝੁਕਦਾ ਹੈ ਤੇਰੇ ਪਰਿਵਾਰ ਅੱਗੇ, ਵਾਜਾ ਵਾਲਿਆ ਅੱਖ ਵੀ ਰੋ ਪੈਂਦੀ। ਕਿੰਨਾ ਸਿੱਧਕ ਹੋਣਾ ਉਹਨਾਂ ਬੱਚਿਆਂ ਦਾ, ਕਿਹੜੇ ਹੌਸਲੇ ਦੇ ਬੋਲੋ ਦਾਦੀ ਕਹਿੰਦੀ। ਕਿਵੇਂ ਠੰਡ ਦੇ ਬੁੱਲੇ ਸਏ ਹੋਣੇ ਉਹ ਗੁਰੂ ਦੇ ਲਾਲ ਦੁਲਾਰਿਆਂ ਨੇ, ਕੰਬ ਉੱਠਿਆ ਹੋਣਾ ਹਿਰਦਾ ਪਤਾਰ ਰਾਹੀਂ, ਹੰਝੂ ਬਹਾਏ ਹੋਣੇ ਤਾਰਿਆਂ ਨੇ। ਵੱਡੇ ਵੀ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ, ਛੋਟੇ ਕੰਧਾਂ ਵਿੱਚ ਖੜ ਸਿੱਖੀ ਦੀਆਂ ਕੰਧਾਂ ਉਸਾਰ ਗਏ। ਦਾਦੀ ਠੰਡੇ ਬੁੱਝ ਵਿੱਚ ਸਰੀਰ ਤਿਆਗ ਦਿੱਤਾ, ਇੰਜ ਗੁਰੂ ਗੋਬਿੰਦ ਸਿੰਘ ਸਰਵੰਸ ਕੌਮ ਤੋਂ ਵਾਰ ਗਏ, ਇੰਜ ਗੁਰੂ ਗੋਬਿੰਦ ਸਿੰਘ ਸਰਵੰਸ ਕੌਮ ਤੋਂ ਵਾਰ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਹੁਣ ਗੁਰਜੋਤ ਕੌਰ ਆ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। My name is Gurjot Kaur. I study in Guru Hargobind Public School, Jhandar City. Today I am going to tell about the history of Guru Gobind Singh Ji. The word Sahibzade means son in Punjabi and is a term commonly used to refer to the sons of Guru Gobind Singh, the 10th Sikh Guru. Word is a traditional word not used in the everyday language of today. The plural of the word is Sahibzade with a stressed sound at the end. The younger pair called the Chote Sahibzade were martyred together by the Mughals in Sirhind. At the tender age of 6 and 9 years old, the older Sahibzade called the Vadde Sahibzade that fighting the enemy many thousands at the young age of 18 and 14 years old in the battle at Chamkaur Sahib. Char Sahibzade, Char means 4 and Sahibzade refers to the sons or squires young of genteel birth, is a term endearingly used for the 4 sons of Guru Gobind Singh, all of whom that as martyrs while still very young. Their names are reverently preserved in Sikh memories and are recalled every time Sikh Ardas
or prayers of supplication is recited at a congregation or privately by an individual. The martyrdom of the four Sahibzade is an important part of Sikh history, and occasions of their martyrdom is remembered and commemorated both with great visor and very acute sadness by large number of Sikhs every year in December by the Sikh Sangat Holy Congregation. The 21st and 26th of December are days that hold very dear memories for Sikhs around the world, for it was on these days in 1705 that the older Sahibzade Baba Jeet Singh Ji and Baba Jujhar Singh Ji first set off the Sikh heaven and abode on the 21st and then on 26th as the delicate and tender light of younger Sahibzade Baba Zorawar Singh Ji and Baba Fateh Singh Ji was cruelly and is humanly extinguished by the Mughals ruler of Sirhind. वाहिगुरु जी का खालसा वाहिगुरु जी की फतेह। बोले सोनिहाल। साध संगत जी, आज गुरु हरगोबिंद साहब से नाम पे चल रहे स्कूल के बच्चों ने प्रोग्राम पेश किया और बहुत अच्छा बच्चों ने ढंग नाल बोलिया। छोटे छोटे बच्चों ने बड़ी 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 कविता कही है और ज़बानी कही है, बहुत अच्छा। तो इन्हों सारे बच्चों नू एक विशेष समागम करके इनाम दिते जाणगे। टीचर साहब ने एक बच्चा छड्डता, वो बच्चा मैं आप ही हाँ, मैं भी हिस्सा ले लवां कि छोटे पुत ताई गुरु बोलदा गोबिंद सिंह, छोटे पुत ताई गुरु बोलदा गोबिंद सिंह, अजे तू की जाने बच्चा जंग वाली सार नू, लखां ते हज़ारां फौज वैरियां दे दिसी दिए, लखां ते हज़ारां फौज वैरियां दे दिसी दिए, निकी तेरी जान किदां चलू तलवार नू। बहुत बहुत धन्यवाद। और थोड़ा जिहा ऑर्गेनाइजेशन में ख्याल रखा करो, बार बार इधर उधर हर आदमी अपनी राय ना देवे। तो बच्चों की फोटो लैपटॉप सब जरा बहुत वधिया तरीके नाल ये फिर अखबारां च भी देंगे तो इनाम इकराम भी देंगे। बोले सोनिहाल। हो गया ਤੁਸੀਂ ਆਪਣੀ ਨਾਲ ਨਾ ਖਲੋ ਜਾ, ਮੈਨੂੰ ਨਹੀਂ ਇੱਥੇ ਹੋ ਜਾ ਸਾਈਡ ਤੇ। ਸਿੱਧਾ ਵੇਖੋ। बोले सरबंस सिंह, हुण साढ़े भी कोई इशर तैयार हो रहे हैं, अपने कोई इशर बच्चों को हुशियार कर लो। वो नागा पाई जाते हैं, प्रैक्टिस अपनी जारी रखन। आनंद साहब जी का पाठ किया है जी। सतनाम श्री वाहिगुरु साहिब जीओ। राम कली महला तीजा। आनंद एक ओंकार सतगुर प्रसाद। आनंद भया मेरी माए, सतगुरु मैं पाया, सतगुरता पाया सहज सेती। मन बनिया वधाइया, राग रतन परवार परियां। शब्द गावने आया, शब्दोता गावो हरि केरा। मन जी बसाया, कह नानक आनंद होआ। सतगुरु मैं पाया, हे मन मेरेया तू सदा रो हर नावे। हर नाल रहो तू मन मेरे। दुख सब सवारना, की कारो करे तेरा। कारण सब